ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਜੋ 5 ਫੈਬ ਨੂੰ ਐਗਜ਼ਾਮ ਹੋਇਆ ਉਸ ਦਾ ਰਿਵਿਊ ਦੇਣ ਜਾ ਰਹੀ ਹਾਂ, ਮਾਰਨਿੰਗ ਸਲੋਟ ਦਾ। ਬੱਚਿਆਂ ਨੂੰ ਜੋ ਐਗਜ਼ਾਮ ਆਇਆ ਜੀ, ਲਿਸਨਿੰਗ ਦਾ ਜੋ ਐਗਜ਼ਾਮ ਸੀ ਉਹ ਈਜ਼ੀ ਰਿਹਾ ਬਿਲਕੁਲ ਹੀ, ਐਂਡ ਰੀਡਿੰਗ ਸੀ ਜੋ ਈਜ਼ੀ ਟੂ ਮੋਡਰੇਟ, ਐਂਡ ਰਾਈਟਿੰਗ ਦੇ ਵਿੱਚ ਟਾਸਕ 1 ਪਾਈ ਚਾਰਟ, ਕੰਬੀਨੇਸ਼ਨ ਆਫ ਪਾਈ ਚਾਰਟਸ ਆਏ ਨੇ, ਐਂਡ ਰਾਈਟਿੰਗ ਟਾਸਕ 2 ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਹਾਂ। ਅੱਜ ਦੀ ਜੋ ਸਟੇਟਮੈਂਟ ਆਈ ਹੈ ਉਸਨੂੰ ਡਿਫਿਕਲਟ ਨਹੀਂ ਕਹਿ ਸਕਦੇ, ਉਹ ਥੋੜੀ ਕਨਫਿਊਜ਼ ਕਰਕੇ ਪਾਈ ਹੋਈ ਸੀ। ਆਂਸਰ ਬਿਲਕੁਲ ਸਿੰਪਲ ਹੈ। ਸੋ ਸਟੇਟਮੈਂਟ ਹੈ ਜੀ, ਇੰਡੀਵਿਜੂਅਲ ਗਰੀਡ ਐਂਡ ਸੈਲਫਿਸ਼ਨੈਸ ਹੈਵ ਬੀਨ ਦਾ ਬੇਸਿਸ ਆਫ ਦਾ ਮਾਡਰਨ ਸੋਸਾਇਟੀ। ਇਸ ਦਾ ਮਤਲਬ ਇਹ ਹੈ ਵੀ ਜਿਹੜੀ ਮਾਡਰਨ ਸੋਸਾਇਟੀ ਆ, ਹਰੇਕ ਪਰਸਨ ਕੀ ਹੈ, ਗਰੀਡ, ਇੱਕ ਲਾਲਚ ਵੱਧ ਚੁੱਕਿਆ, ਮਤਲਬ ਕਿ ਹਰੇਕ ਪਰਸਨ ਦਾ ਮਟੀਰੀਅਲਿਸਟਿਕ ਹੋ ਚੁੱਕੇ ਨੇ ਲੋਕ। ਸੋ ਕਹਿੰਦੇ ਕਿ ਅੱਜ ਕੱਲ੍ਹ ਇੱਕ ਮਾਡਰਨ ਸੋਸਾਇਟੀ 'ਚ ਬੇਸਿਕ ਗੱਲ ਹੈ, ਸਮ ਪੀਪਲ ਥਿੰਕ that we much return to the older and more traditional of respect for the family and the local community in order to create a better world to live in। ਸੋ ਕੁਝ ਲੋਕ ਸੋਚਦੇ ਨੇ ਜੇ ਮਤਲਬ ਕਿ ਆਪਾਂ ਮੋਰ ਟ੍ਰੈਡੀਸ਼ਨਲ ਹੋ ਜਾਂਦੇ ਆ ਜਾਂ ਓਲਡਰ ਲੋਕਾਂ ਦੇ ਨਾਲ ਕਹਿੰਦੇ ਵੀ ਆਪਾਂ ਰਹਿੰਦੇ ਆ ਵੀ ਜਿਵੇਂ ਫੈਮਿਲੀ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਆ ਜਾਂ ਉਹਨਾਂ ਦੀ ਰਿਸਪੈਕਟ ਕਰਦੇ ਆ, ਤੇ ਇਹਦੇ ਨਾਲ ਕਹਿੰਦੇ ਜਿਹੜੀ ਆਪਣਾ ਰਹਿਣਾ ਸਹਿਣਾ ਉਹ ਕੀ ਹੋ ਜਾਊਗਾ, ਜ਼ਿਆਦਾ ਵਧੀਆ ਹੋ ਜਾਊਗਾ, ਬੈਟਰ ਲਾਈਫ, ਕਹਿੰਦੇ ਬੈਟਰ ਵਰਲਡ ਕ੍ਰੀਏਟ ਹੋਊਗਾ। ਸੋ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ? ਤੁਸੀਂ ਇਸੇ ਨਾਲ ਕਹਿੰਦੇ ਤੁਸੀਂ ਕਿਸ ਹੱਦ ਤੱਕ ਐਗਰੀ ਕਰਦੇ ਹੋ, ਡਿਸਐਗਰੀ ਕਰਦੇ ਹੋ। ਸੋ ਸਹੀ ਗੱਲ ਹੈ। ਦੇਖੋ ਅੱਜ ਕੱਲ੍ਹ ਹਰੇਕ ਪਰਸਨ ਹੈ ਜੋ ਮਟੀਰੀਅਲਿਸਟਿਕ ਬਣ ਚੁੱਕਿਆ, ਹਰੇਕ ਪਰਸਨ ਨੂੰ ਗਰੀਡ ਹੈ ਕਿ ਉਹ ਮਨੀ ਅਰਨ ਕਰੇ ਤੇ ਸਕਸੈਸਫੁਲ ਹੋਵੇ, ਬਟ ਜੋ ਉਹਨਾਂ ਦੀ ਲਾਈਫ ਹੈ ਉਹਦੇ ਵਿੱਚ ਕੀ ਹੈ, ਸਟਰੈਸ ਹੈ, ਡਿਪਰੈਸ਼ਨ ਹੈ। ਸੋ ਜੇ ਆਪਾਂ ਪੁਰਾਣੇ ਉਸ ਦੇ ਨਾਲ ਜੁੜਾਂਗੇ, ਟ੍ਰੈਡੀਸ਼ਨਲ ਵੈਲਿਊਜ਼ ਦੇ ਨਾਲ, ਤਾਂ ਉਹ ਬੈਨੀਫਿਟ ਹੋਊਗਾ। ਸੋ ਜੋ ਲੋਕ ਹੁਣ ਸੋਚਦੇ ਨੇ ਕਿ ਟ੍ਰੈਡੀਸ਼ਨਲ ਵੈਲਿਊਜ਼ ਦੇ ਨਾਲ ਜਾਂ ਰਿਸਪੈਕਟ ਕੀਤੀ ਜਾਵੇ ਤਾਂ ਉਹ ਇੱਕ ਕੀ ਹੈ, ਬੈਨੀਫਿਸ਼ੀਅਲ ਅਪਰੋਚ ਹੈ। ਸੋ ਆਪਾਂ ਇਸੇ ਦੇ ਨਾਲ ਕੀ ਹੋਵਾਂਗੇ, ਐਗਰੀ ਹੋਵਾਂਗੇ। ਸਟਾਰਟਿੰਗ ਦੇ ਵਿੱਚ ਆਪਾਂ nowadays ਕਹਿੰਦੇ people have become more concerned for own self interest and own financial benefit rather than thinking of the community as a whole। ਅੱਜ ਕੱਲ੍ਹ ਲੋਕ ਕਹਿੰਦੇ ਸਿਰਫ ਆਪਣੇ ਬਾਰੇ ਸੋਚਦੇ ਨੇ, ਆਪਣਾ ਹੀ ਦੇਖਦੇ ਨੇ ਫਾਇਦਾ ਹੋਵੇ, ਮਤਲਬ ਕਿ ਸੋਸਾਇਟੀ ਜਾਂ ਕਮਿਊਨਿਟੀ ਬਾਰੇ ਨਹੀਂ ਸੋਚਦੇ। ਸੋ ਸਮ ਪੀਪਲ ਆਰ ਥਿੰਕਿੰਗ ਇਟ ਇਜ਼ ਅ ਬੈਟਰ ਆਪਸ਼ਨ ਟੂ ਰਿਵਰਟ ਟੂ old golden days when people had a sense of community within themselves and used to respect ਈਚ ਅਦਰ। ਸੋ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਉਸ ਟਾਈਮ ਪੀਰੀਅਡ ਨਾਲ ਜੁੜਿਆ ਜਾਵੇ ਤਾਂ ਕਿ ਵਧੀਆ ਬੈਟਰ ਲਾਈਫ ਹੋਵੇ। ਪਰਸਨਲੀ ਆਈ ਥਿੰਕ, ਮੇਰਾ ਕੀ ਮੰਨਣਾ ਹੈ, we should bring the traditional values of respect from our ancestors into the modern society। ਸੋ ਮੇਰਾ ਵੀ ਇਹੀ ਮੰਨਣਾ ਹੈ ਕਿ ਸਾਨੂੰ ਕੀ ਹੈ, ਇੱਕ ਟ੍ਰੈਡੀਸ਼ਨਲ ਵੈਲਿਊਜ਼ ਨੂੰ ਫੋਲੋ ਕਰਨਾ ਚਾਹੀਦਾ, ਠੀਕ ਹੈ, ਮਾਡਰਨ ਸੋਸਾਇਟੀ ਦੇ ਵਿੱਚ ਵੀ, ਤਾਂ ਕਿ ਆਪਣੀ ਲਾਈਫ ਬੈਟਰ ਹੋ ਸਕੇ। ਜਿਹੜੇ ਹੁਣ ਲੋਕ ਸੋਚਦੇ ਆ ਆਪਾਂ ਮਤਲਬ ਕਿ ਹੋ ਤਾਂ ਐਗਰੀ ਰਹੇ ਹਾਂ, ਉਹਨਾਂ ਦੇ ਲਈ ਦੱਸ ਦਾਂਗੇ ਕਿ ਕੀ ਪ੍ਰੋਬਲਮਸ ਫੇਸ ਕਰਨਗੇ। ਕਹਿੰਦੇ ਦੇਰ ਇਜ਼ ਅ ਮਿਸਟੇਕਨ ਬਿਲੀਵ ਦੈਟ ਹੈਪੀਨੈਸ ਕਮਸ ਫਰੋਮ ਮਟੀਰੀਅਲ ਪੋਜੈਸ਼ਨਸ ਐਂਡ ਮਨੀ। ਸੋ ਇਹ ਕਹਿੰਦੇ ਇੱਕ ਮਿਸਟੇਕਨ ਬਿਲੀਫ ਹੈ ਵੀ ਇਹ ਸਹੀ ਨਹੀਂ ਹੈਗਾ। ਜੋ ਲੋਕ ਸੋਚਦੇ ਆ ਵੀ ਜਿਹੜੀ ਹੈਪੀਨੈਸ ਆ, ਠੀਕ ਹੈ, ਵੀ ਉਹ ਤਾਂ ਹੀ ਖੁਸ਼ ਰਹਿਣਗੇ ਜੇ ਉਹਨਾਂ ਕੋਲ ਮਨੀ ਹੋਊਗੀ ਅਤੇ ਲਾਈਕ ਲਗਜ਼ਰੀਅਸ ਥਿੰਗਸ ਹੋਣਗੀਆਂ, ਮਹਿੰਗੀਆਂ ਚੀਜ਼ਾਂ ਹੋਣਗੀਆਂ, ਪੋਜੈਸ਼ਨਸ ਹੋਣਗੇ। ਸੋ ਬਲੀਵਿੰਗ ਦਿਸ ਪੀਪਲ ਆਰ ਰਨਿੰਗ ਟੂਵਰਡ ਸਮਥਿੰਗ ਡਿਸਪਾਈਟ ਦਾ ਫੈਕਟ ਦੈਟ ਦੇ ਆਰ ਆਲਰੇਡੀ ਹੈਵ ਆਲ ਦਾ ਥਿੰਗਸ ਨੈਸੈਸਰੀ ਟੂ ਲੀਡ ਅ ਕੰਫਰਟੇਬਲ ਲਾਈਫ। ਸੋ ਕੀ ਹੋ ਰਿਹਾ ਹੈ, ਲੋਕ ਕਹਿੰਦੇ ਇੱਕ ਰੈਟ ਰੇਸ 'ਚ ਲੱਗੇ ਹੋਏ ਨੇ। ਸਿਰਫ ਉਹਨਾਂ ਨੂੰ ਇਹ ਹੈ ਕਿ ਅਸੀਂ ਕੀ ਆ, ਉਹ ਇੱਕ ਰੇਸ ਲਗਾ ਰਹੇ ਨੇ, ਮਤਲਬ ਕਿ ਫਟਾਫਟ ਉਹਨਾਂ ਨੂੰ ਇਹ ਹੈ ਕਿ ਅਸੀਂ ਅਰਨ ਕਰ ਲਈਏ, ਅਸੀਂ ਕੀ ਹੈ, ਸਭ ਤੋਂ ਜ਼ਿਆਦਾ ਆਪਣੀ ਕੰਫਰਟੇਬਲ ਕਰ ਲਈਏ ਲਾਈਫ। ਸੋ ਇਟ ਇਜ਼ ਮੇਕਿੰਗ ਦਾ ਮੋਰ ਵਰਕਹੋਲਿਕ। ਇਸ ਕਾਰਨ ਕਹਿੰਦੇ ਲੋਕ ਕੀ ਹੈ, ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਵਰਕਹੋਲਿਕ, ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਬਿਕੋਜ਼ ਹਿਊਮਨ ਜਸਟ ਕੈਨ ਨਾਟ ਸੀਮ ਟੂ ਬੀ ਸੈਟਿਸਫਾਈਡ ਵਿਦ ਵਟ ਦੇ ਹੈਵ ਇਨ ਲਾਈਫ। ਕਿਉਂਕਿ ਆਪਾਂ ਕਹਿ ਨਹੀਂ ਦਿੰਦੇ ਵੀ ਤਮਾ ਨਹੀਂ ਭਰਦੀ, ਠੀਕ ਆ। ਸੋ ਸੇਮ ਹੀ ਇਸ ਲਾਈਨ ਦਾ ਮੀਨਿੰਗ ਹੈ, ਕਹਿੰਦੇ ਲੋਕਾਂ ਨੂੰ ਇੱਦਾਂ ਹੋ ਰਿਹਾ ਕਿ ਉਹ ਹੋਰ ਜ਼ਿਆਦਾ ਅਰਨ ਕਰਨ, ਸੋ ਉਹ ਕਹਿੰਦੇ ਸੈਟਿਸਫਾਈ ਨਹੀਂ ਹੁੰਦੇ ਜੋ ਉਹਨਾਂ ਕੋਲ ਹੈ। ਆਲਸੋ ਹਿਊਮਨ ਹੈਵ ਨੈਚੁਰਲ ਬਿਲਟ ਇਨ ਸਰਵਾਈਵਲ ਇੰਸਟਿੰਕਟ ਵਿਚ ਡਰਾਈਵਸ them to get more resources to make sure that their offspring can lead a wealthy life। ਤੇ ਫਿਰ ਉਹ ਆਪਣੇ ਬੱਚਿਆਂ ਬਾਰੇ ਵੀ ਸੋਚਦੇ ਨੇ। ਸੋ all these factors are contributing to make someone more greedy, more materialistic word use ਕਰ ਸਕਦੇ ਹੋ, and selfish since there is a absolutely too time to socialize। ਸੋ ਇਹਦੇ ਨਾਲ ਕਹਿੰਦੇ ਉਹ ਹੋਰ ਜ਼ਿਆਦਾ ਮਟੀਰੀਅਲਿਸਟਿਕ ਬਣਦੇ ਜਾ ਰਹੇ ਨੇ।
ਇਹ ਆਪਾਂ ਐਗਰੀ ਹੋਏ ਆ, ਆਪਾਂ ਨੇ ਨੈਗੇਟਿਵ ਥਿੰਗਸ ਦੱਸੀਆਂ ਨੇ ਜੋ ਮਾਡਰਨ ਸੋਸਾਇਟੀ ਦੇ ਅਕੋਰਡਿੰਗ ਚੱਲ ਰਹੇ ਨੇ। ਸੋ ਟੇਕਿੰਗ ਆਲ ਦਿਸ ਇਨਟੂ ਕੰਸੀਡਰੇਸ਼ਨ, ਸਮ ਪੀਪਲ ਐਡਵੋਕੇਟ ਦ ਆਈਡੀਆ ਆਫ ਗੋਇੰਗ ਬੈਕ ਟੂ ਦ 올ਡਰ ਟਾਈਮ ਟੂ ਇੰਸ਼ੋਰ ਅ ਬੈਟਰ ਫਿਊਚਰ ਫॉर ਨੈਕਸਟ ਜਨਰੇਸ਼ਨ। ਸੋ ਕਹਿੰਦੇ ਇਹ ਬੈਟਰ ਹੋਊਗਾ ਨੈਕਸਟ ਜਨਰੇਸ਼ਨ ਦੇ ਲਈ। The reason for this belief is that modern recently society has departed from traditional value that once held communities together. Also, traditional values provide a stable environment for society to thrive and to foster common good. So ਕਹਿੰਦੇ ਇਹਦੇ ਨਾਲ ਉਹਨਾਂ ਦਾ benefit ਹੀ ਹੋਊਗਾ, ਜੇ society ਦੇ ਨਾਲ ਉਹ ਜੁੜੇ ਰਹਿਣਗੇ ਉਹਨਾਂ ਲਈ ਇੱਕ fruitful approach ਹੋਊਗੀ common good। In a traditional family and community structure, every member used to respect each other and also had the general feeling of caring for family members and neighbors. So ਉਹਨਾਂ ਦੀ ਕਹਿੰਦੇ ਕੀ ਆ ਵਧੀਆ ਫੀਲਿੰਗ ਆਊਗੀ, ਇੱਕ ਦੂਜੇ ਦੀ ਕੇਅਰ ਦੀ, ਕੁਆਲਿਟੀ ਟਾਈਮ ਸਪੈਂਡ ਕਰਨਗੇ। ਇਹ ਲਾਈਨ ਐਡ ਕਰ ਸਕਦੇ ਹੋ। ਤੇ ਇਸ ਦੇ ਨਾਲ ਕੀ ਹੈ, ਜੇ ਉਹ ਕੁਆਲਿਟੀ ਟਾਈਮ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨਗੇ ਡੈਫੀਨੇਟਲੀ ਉਹ ਡਿਪਰੈਸ਼ਨ ਤੋਂ ਦੂਰ ਰਹਿਣਗੇ, ਆਈਸੋਲੇਸ਼ਨ ਨਹੀਂ ਫੀਲ ਕਰਨਗੇ। ਠੀਕ ਆ ਜੀ। ਸੋ ਕਹਿੰਦੇ ਟੂ ਫਰਦਰ ਐਮਫਸਾਈਜ਼ਿੰਗ ਮਾਈ ਵਿਊ ਪੁਆਇੰਟ, if people start to obey, ਸੋ ਆਪਾਂ if ਨਾਲ ਸੈਂਟੈਂਸ ਬਣਾਵਾਂਗੇ, ਜੇ ਲੋਕ ਕਹਿੰਦੇ ਇਸ ਨੂੰ ਅਵੇ ਕਰਨਗੇ their ancestors tradition, ancestors ਕੀ ਹੁੰਦੇ ਆ ਪੁਰਾਣੇ ਪੂਰਵਜ, ਠੀਕ ਆ, older people, and spend some quality time with their family, the result would be surely positive। ਤਾਂ ਉਹਦਾ result definitely positive ਹੀ ਹੋਊਗਾ। So conclude ਚ ਆਪਾਂ ਕੀ ਕਹਾਂਗੇ, to conclude the traditional value based society can be the best remedy, best solution ਹੈ for this suffocating world ਜੋ ਅੱਜ ਕੱਲ੍ਹ ਦੀ ਘੁੱਟਣ ਆਪਾਂ ਕਹਿ ਦਈਏ ਘੁੱਟਣ ਵਾਲੀ ਜ਼ਿੰਦਗੀ ਆ। ਐਂਡ ਮੇਕ ਅ ਹੈਵਨ ਹੁੰਦਾ ਜੀ, ਆਪਾਂ ਕਹਿ ਦਿੰਦੇ ਹਾਂ ਸਵਰਗ, ਲਾਈਕ ਵਰਲਡ ਟੂ ਲਿਵ ਇਨ। ਸੋ ਸਿੰਸ ਵੀ ਕੈਨੋਟ ਕਹਿੰਦੇ ਰਿਟਰਨ ਫਰੋਮ ਦ ਕੰਪਿਊਟਰ ਬੇਸਡ ਆਟੋਮੇਟਿਡ ਵਰਲਡ ਟੂ ਦ ਮੈਨੂਅਲ ਵਰਲਡ। ਸੋ ਆਪਾਂ ਇਹ ਤਾਂ ਗੱਲ ਹੈ ਵੀ ਆਪਾਂ ਵਾਪਿਸ ਤਾਂ ਨਹੀਂ ਜਾ ਸਕਦੇ ਵੀ ਮੈਨੂਅਲ ਵਰਲਡ 'ਚ, ਬਟ ਵੀ ਕੈਨ ਡੈਫੀਨੇਟਲੀ ਰਿਵਰਟ ਟੂ ਦਿਸ ਟ੍ਰੈਡੀਸ਼ਨਲ ਵੈਲਿਊਜ਼ ਟੂ ਟਰਾਈ ਟੂ ਕ੍ਰੀਏਟ ਅ ਨਿਊ ਸੋਸਾਇਟੀ। ਆਪਾਂ ਟ੍ਰੈਡੀਸ਼ਨਲ ਵੈਲਿਊਜ਼ ਨੂੰ ਫੋਲੋ ਕਰ ਸਕਦੇ ਹਾਂ, ਨਿਊ ਸੋਸਾਇਟੀ ਕ੍ਰੀਏਟ ਕਰ ਸਕਦੇ ਹਾਂ ਵਿਚ ਹੈਜ਼ ਬੋਥ ਮਟੀਰੀਅਲ ਵੈਲਥ ਐਂਡ ਪ੍ਰੋਸਪੈਰਿਟੀ, ਜਿਸ 'ਚ ਠੀਕ ਹੈ ਕਹਿੰਦੇ ਵੈਲਥ ਵੀ ਹੋਊਗੀ, ਖੁਸ਼ਹਾਲੀ ਵੀ ਹੋਊਗੀ, ਪ੍ਰੋਸਪੈਰਿਟੀ ਵੀ ਹੋਊਗੀ ਐਂਡ ਰਿਸਪੈਕਟ ਫॉर ਦ ਫੈਮਿਲੀ ਐਂਡ ਕਮਿਊਨਿਟੀ ਐਜ਼ ਵੈਲ। ਠੀਕ ਹੈ ਫਰੈਂਡਸ, ਇਹ ਸੀ ਅੱਜ ਦਾ ਐਗਜ਼ਾਮ ਦਾ ਰਿਵਿਊ ਐਂਡ ਈਵਨਿੰਗ ਦਾ ਐਗਜ਼ਾਮ ਦਾ ਰਿਵਿਊ ਵੀ ਤੁਹਾਨੂੰ ਜਲਦੀ ਹੀ ਮਿਲ ਜੂਗਾ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।